मैं गारंटी का देना भी आज की 90% 99% सिख बीजेपी ਨੂੰ वोट नहीं पाएगा। सिर्फ इस कारण ये तो सोचते ना भी यही ਵੱਖਰੀ बनाती है तो सिखा खुश करता है, लेकिन 99% सिख जो बीजेपी ਨੂੰ ਐਤਕੀ वोट नहीं पाया। मैं चैलेंज करना मनोहर लाल खट्टर ਨੂੰ। ਸਾਹਿਬ ਦਾ ਜਿਹੜਾ ਪ੍ਰਸਾਰਣ ਹੈ ਨਾ, ਗੁਰਬਾਣੀ ਦਾ ਪ੍ਰਸਾਰਣ ਹੈਗਾ ਹੈ, ਉਹ ਪੀਟੀਸੀ ਮਤਲਬ ਉਹ ਕਰ ਰਹੀ ਹੈ ਤੇ ਉਹ ਪੀਟੀਸੀ ਜਿਹੜੀ ਕਿ ਫ੍ਰੀ ਕੋਸਟ ਮਤਲਬ ਆਲ ਵਰਲਡ ਵਿੱਚ ਫ੍ਰੀ ਕੋਸਟ ਕਰ ਰਹੇ ਨੇ ਤੇ ਇਹ ਮਤਲਬ ਕਹਿ ਰਹੇ ਨੇ ਕਿ ਇਹ ਜਿਹੜੀ ਪੀਟੀਸੀ ਮਤਲਬ ਵੀ ਜਿਹੜੀ ਹੈ ਨਾ ਫ੍ਰੀ ਕੋਸਟ ਹੋਣੀ ਚਾਹੀਦੀ, ਜਦ ਕਿ ਪਹਿਲਾਂ ਹੀ ਪੀਟੀਸੀ ਨੇ ਫ੍ਰੀ ਕੋਸਟ ਕੀਤੀ ਆ। ਉਸ ਤੋਂ ਪਹਿਲਾਂ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੇ ਆਪਣਾ ਮੀਟਿੰਗ ਕਰਕੇ 21 ਜੁਲਾਈ ਦਾ ਆਪਣਾ ਇਜਲਾਸ ਸੱਦਿਆ ਸੀ, ਜਿਹਦੇ ਵਿੱਚ ਵੀ ਕੀ ਵਿਚਾਰ ਕਰਕੇ ਤੇ ਵੀ ਆਪਾਂ ਜਿਹੜੇ ਗੁਰਬਾਣੀ ਪ੍ਰਸਾਰਣ ਹੈਗਾ ਕਿਸ ਤਰੀਕੇ ਨਾਲ ਮਤਲਬ ਕਿਹੜੇ ਚੈਨਲ ਨੂੰ ਮਤਲਬ ਵੀ ਦੱਸਿਆ ਜਾਵੇ, ਜਦ ਕਿ ਪਹਿਲਾਂ ਮਤਲਬ ਕਈ ਚੈਨਲ ਗੁਰਬਾਣੀ ਦੇ ਚਲਾਉਂਦੇ ਆ, ਨਾਲ ਹੀ ਵਿੱਚ ਐਡਾਂ ਇਹੋ ਜਿਹੀਆਂ ਗੰਦੀਆਂ ਦਿੱਤੀਆਂ ਜਾਂਦੀਆਂ ਨੇ। ਉਸ ਚੀਜ਼ ਦੇ ਜਿਹੜਾ ਸਿੱਖ ਕੌਮ ਉਹ ਬੁਰਾ ਮੰਨਦੀ ਹੈ ਕਿ ਇਹ ਮਤਲਬ ਇਸ ਤਰ੍ਹਾਂ ਦੀਆਂ ਐਡਾਂ ਨਹੀਂ ਹੋਣੀਆਂ ਚਾਹੀਦੀਆਂ ਗੁਰਬਾਣੀ ਚੱਲਦਿਆਂ। ਤਾਂ ਉਸ ਚੀਜ਼ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ 21 ਜੁਲਾਈ ਦਾ ਇਹ ਰੱਖਿਆ ਸੀਗਾ। 21 ਜੁਲਾਈ ਨੂੰ ਆਪਾਂ ਸਾਰੇ ਮਤਾ ਤਿਆਰ ਕਰਕੇ ਤੇ ਕਿਸ ਤਰ੍ਹਾਂ ਆਪਾਂ ਇਹ ਪ੍ਰਸਾਰਣ ਕਰਾਉਣਾ। ਇਹ ਭਗਵੰਤ ਮਾਨ ਆਪਣੀ ਮਤਲਬ ਇਹ ਸੋਚ ਕੇ ਵੀ ਮੈਂ ਪਹਿਲਾਂ ਨੰਬਰ ਆਪਣੇ ਬਣਾ ਲਾ, ਇਹਨੇ ਆਪਣੇ ਸੱਦ ਕੇ ਆਪਣਾ ਕੈਬਨਿਟ ਤੇ उसदे विच जिहड़ा भी ये मता पास किया है भी जिहड़ा कि चैनल मतलब आम चैनल नूं जिहड़ा मर्जी कोई प्रसारण कर सके। ये उत्ते जिहड़ा है मतलब इस दे खिलाफ श्रोमणी गुरुद्वारा प्रबंधक कमेटी, श्रोमणी अकाली दल, आम सिख जिहड़ा वो इस नूं निंदा करदा और अपना ये वास्ते अपना जो भी कौम नूं करना पेगा तो इस नाल सरकार के खिलाफ जाएगी। प्रबंधक कमेटी जिहड़ी है ਇਹਨੂੰ ਬਣਾਉਣ ਵਾਸਤੇ ਅੰਗਰੇਜ਼ਾਂ ਦੇ ਟਾਈਮ 500 ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ। 500 ਸਿੱਖ ਸ਼ਹੀਦ ਹੋਏ। ਉਸ ਤੋਂ ਬਾਅਦ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ 'ਚ ਆਈ। ਔਰ ਜਦੋਂ ਇਹ ਸ਼ਹੀਦੀਆਂ ਹੋਈਆਂ ਤਾਂ ਮਹਾਤਮਾ ਗਾਂਧੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਹਿੰਦੁਸਤਾਨ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ, ਕਿਉਂਕਿ ਉਦੋਂ ਇਹ ਗੁਰਦੁਆਰਾ ਦਾ ਮੋਰਚਾ ਜਿੱਤਿਆ ਸੀ ਤੇ ਉਦੋਂ ਗਾਂਧੀ ਸਾਹਿਬ ਨੇ ਕਿਹਾ ਸੀ ਵੀ ਇਹ ਆਪਾਂ ਪਹਿਲੀ ਲੜਾਈ ਹਿੰਦੁਸਤਾਨ ਦੀ ਆਜ਼ਾਦੀ ਦੀ ਜਿੱਤ ਲਈ ਹੈ। और ये 1925 ਦੇ ਵਿੱਚ ਇੱਕ ਐਕਟ ਬਣਿਆ ਸੀ, ਅੰਗਰੇਜ਼ਾਂ ਨੇ ਐਕਟ ਬਣਾਇਆ ਸੀ। ਔਰ ਉਸ ਤੋਂ ਬਾਅਦ ਇਹ ਸਾਰਾ ਪ੍ਰਬੰਧ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ ਰਿਹਾ ਜਿੰਨਾ ਚਿਰ ਜੁਆਇੰਟ ਪੰਜਾਬ ਰਿਹਾ। 1966 ਵਿੱਚ ਹਰਿਆਣਾ ਬਣ ਗਿਆ। ਉਸ ਤੋਂ ਬਾਅਦ ਵੀ ਬਹੁਤ ਵਧੀਆ ਤਰੀਕੇ ਨਾਲ ਇਹ ਸਾਰਾ ਬੰਦੋਬਸਤ ਚੱਲਦਾ ਰਿਹਾ। ਉਸ ਤੋਂ ਬਾਅਦ ਇਹਦੇ ਵਿੱਚ ਪੋਲਿਟਿਕਸ ਆ ਗਈ। ਪੋਲਿਟਿਕਸ ਆ ਗਈ। ਕਿਸੇ ਸਿੱਖ ਦੀ ਡਿਮਾਂਡ ਨਹੀਂ ਸੀ ਕਿ ਵੱਖਰੀ ਕਮੇਟੀ ਹਰਿਆਣੇ 'ਚ ਬਣੇ। ਕੋਈ 2-4 ਲੋਕ ਸਨ ਜਿਹੜੇ ਰੌਲਾ ਰਾਲਾ ਪਾਉਂਦੇ ਹਨ। ਕਿਸੇ ਆਮ ਸਿੱਖ ਦੀ ਕੋਈ ਡਿਮਾਂਡ ਨਹੀਂ ਸੀ ਹਰਿਆਣੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਵੱਖਰੀ ਬਣੀ। ਇਹ ਸਰਕਾਰਾਂ ਦੀ ਸਾਜ਼ਿਸ਼ ਸੀ। ਉਹ ਸਿੱਖਾਂ ਦੀਆਂ ਵੋਟਾਂ ਦੀ ਡਿਵੀਜ਼ਨ ਕਰਾਉਣਾ ਚਾਹੁੰਦੇ ਸਨ ਵੀ ਕਿਸੇ ਤਰੀਕੇ ਨਾਲ ਇਹਨੂੰ ਡਿਵਾਈਡ ਕਰਕੇ ਤੇ ਇਹਨਾਂ ਦੀਆਂ ਵੋਟਾਂ ਕੁਝ ਸਾਨੂੰ ਮਿਲ ਜਾਣ, ਕੁਝ ਦੂਜੀਆਂ ਪਾਰਟੀਆਂ ਨੂੰ। ਇਹ ਜਿਹੜਾ ਸਿਸਟਮ ਹੈ ਇਹ ਚੱਲਦਾ ਰਿਹਾ। ਔਰ ਇਹਦਾ ਜਿਹੜਾ ਸੈਂਟਰਲ ਐਕਟ ਹੈ, ਜਦੋਂ ਹਰਿਆਣਾ ਤੇ ਪੰਜਾਬ ਵੱਖਰਾ ਹੋਇਆ ਸੀ, 3 ਚੀਜ਼ਾਂ ਜਿਹੜੀਆਂ ਨੇ ਨਾ ਉਹ ਸੈਂਟਰਲ ਐਕਟ 'ਚ ਆਈਆਂ ਸਨ। ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਇੱਕ PAU ਯੂਨੀਵਰਸਿਟੀ ਤੇ ਇੱਕ ICA ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨੂੰ ਅਗਰ ਕੋਈ ਤੋੜ ਸਕਦਾ ਤੇ ਉਹ ਗਵਰਨਮੈਂਟ ਆਫ ਇੰਡੀਆ ਤੋੜ ਸਕਦੀ ਹੈ। ਕਿਸੇ ਸਟੇਟ ਗਵਰਨਮੈਂਟ ਕੋ ਕੋਈ ਪਾਵਰ ਨਹੀਂ ਕਿ ਇਹਦੇ ਵਿੱਚ ਅਮੈਂਡਮੈਂਟ ਕਰ ਸਕੇ। ਉਹਦੇ 'ਚ ਕੀ ਹੋਇਆ ਕਿ ਹੁੱਡਾ ਸਾਹਿਬ ਨੇ ਚੁੱਕ ਕੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਉਹ ਸਾਰਾ ਕੁਝ ਕਰ ਗਿਆ। ਔਰ ਉਸ ਤੋਂ ਬਾਅਦ ਖੱਟਰ ਸਾਹਿਬ ਆਏ ਤੇ ਇਹਨਾਂ ਨੇ ਚੱਕ ਕੇ ਉਹ ਜਿਹੜੀ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ। ਔਰ ਜਿਸ ਮਕਸਦ ਵਾਸਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ, ਇਹ ਬਹੁਤ ਵੱਡਾ ਬਜ਼ਰ ਗੁਨਾਹ ਕੀਤਾ ਇਹਨਾਂ ਨੇ। ਇਹ ਸੰਸਥਾ ਜਿਹੜੀ ਹੈ ਸਿੱਖਾਂ ਨੇ ਬਹੁਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੀ ਸੀ। ਔਰ ਉਹਦੇ ਨਾਲ ਇਹਨਾਂ ਨੇ ਇਹ ਸੋਚਿਆ ਕਿ ਇਹ ਜਿਹੜੀਆਂ ਨੇ ਵੋਟਾਂ ਨੇ ਸਿੱਖਾਂ ਦੀਆਂ ਡਿਵਾਈਡ ਹੋ ਜਾਣਗੀਆਂ। ਮੈਂ ਸਾਰੇ ਪੱਤਰਕਾਰ ਭਰਾ ਬੈਠੋ, ਮੈਂ ਤੁਹਾਨੂੰ ਬਹੁਤ ਪੁਰਾਣਾ ਜਾਣਦਾ ਸਾਰਿਆਂ ਨੂੰ, ਤਕਰੀਬਨ ਕੋਈ ਇੱਕ ਦਾ ਨਵਾਂ ਵਿੱਚ ਸ਼ਾਇਦ ਹੋਵੇ। ਮੈਂ ਗਰੰਟੀ ਦਾ ਦੇਣਾ ਵੀ ਅੱਜ ਕੀ 90% 99% ਸਿੱਖ बीजेपी ਨੂੰ ਵੋਟ ਨਹੀਂ ਪਾਏਗਾ। ਸਿਰਫ ਇਸ ਕਾਰਨ ये तो सोचते ना भी यही ਵੱਖਰੀ बनाती है तो सिखा खुश करता है, लेकिन 99% सिख जो बीजेपी में ऐतकी वोट नहीं पाया। मैं चैलेंज करना मनोहर लाल खट्टर। इससे नुकसान क्या सर? नुकसान बहुत बड़ा है। आप हम धार्मिक तौर पर देखते हैं, फाइनेंशियली तौर पर नहीं देखते हैं। हमारी एक संस्था है, उसको तोड़ा गया है। ये बहुत बड़ी कुर्बानियों के बाद बनी थी और उसके बाद इन्होंने ये सारा कुछ कर दिया। अब उसके बाद जो इन्होंने कमेटी बनाई हरियाणा के अंदर, उसमें एक भी आदमी 2-4 को छोड़ करके वो गुरमत के ऊपर पूरा नहीं ठहरता है। जो हमारे असूल हैं सिक्खी के, उनके ऊपर एक भी आदमी इनमें से नहीं ठहरता। फिर जो इन्होंने कमेटी बनाई, वही कमेटी के लोग अपनी ही कमेटी के लोगों के ऊपर इल्ज़ाम ला रहे हैं।
अब दादूवाल कहता है कि जो हमारा प्रधान है वो महंत जो कमलजीत सिंह, वो नशा करता है, वो स्मैक खाता है, वो चिट्टा पीता है। वो कह रहा है, दादूवाल कह रहा है, उधर नलवी कह रहा है, ये आपस में कह रहे हैं कि वो पैसे खा गया, वो पैसे खा गया। यहाँ कोई प्रबंध नहीं चल रहा है, गुरुद्वारों के ऊपर कोई रहने का सिस्टम नहीं चल रहा है। अब गुरुद्वारों में गुरु का लंगर होता है तो गुरु का लंगर सबके लिए है, किसी सिख के लिए नहीं, हर जाति के लिए, हर वर्ग के लिए है। अमूमन के जब दिल्ली में कोई धरना चलता था, चाहे कांग्रेसी भी वहाँ धरना लगाते थे तो गुरुद्वारा बंगला साहब से लंगर जाता था। अगर कोई भी पॉलिटिकल पार्टी हिंदुस्तान की वहाँ धरना करती थी, कुछ भी होता था तो लंगर बंगला साहब से जाता था। पहली बार हुआ है कि हमारी बेटियाँ वहाँ बैठी थी धरने के ऊपर, पहलवान, ये लड़की सोनाक्षी और ये फोगाट बैठी थी, और पहली बार है कि दिल्ली गुरुद्वारा प्रबंधक कमेटी के ऊपर बीजेपी का कब्जा है, उन्होंने लंगर नहीं देने दिया। ये बातें फ़र्क पड़ती हैं जो आप कहते हैं ना भी, ये क्या फ़र्क, ये फ़र्क पड़ता है। अब किसानों का यहाँ पर संघर्ष हुआ, किसानों का संघर्ष आप टकैत से पूछो, किसी से पूछो, सब कहते हैं कि गुरुद्वारों के लंगर से और लोगों के सहयोग से ये आंदोलन सफल हुआ। अब पीछे लंगर की जरूरत पड़ी, अभी कुरुक्षेत्र में 4 दिन पहले ये सब कुछ हुआ, और उसके बाद भी कर्मजीत का जो प्रधान है यहाँ हरियाणा सिख गुरुद्वारा प्रबंधक कमेटी का, उसने कहा कि हम बिल्कुल भी किसानों को लंगर नहीं देंगे। ये कोई बात बनती है? तो हरियाणा के सिखों कुछ ये भी तर्क है कि जो हरियाणा एक बीजेपी आरएस ने बीजेपी आपको भी उसने तैयार किया है, उसने कांग्रेस को ख़त्म करने के लिए हिंदुस्तान के लिए हिंदुस्तान से आप पार्टी बनाई है, और आप और बीजेपी एजेंडा दोनों ने आरएस का लागू करना है। आपका सीएम है, सीएम क्या होता है? सीएम की एक गरिमा होती है और उस गरिमा को वो तोड़ रहा है। विधानसभा के अंदर दाढ़ी की बात करना, मजाक उड़ाना, ये दाढ़ी किसी ने दिया? गुरु गोविंद सिंह ने दिया। ये पगड़ी किसने दिया? गुरु गोविंद सिंह ने दी, जिसने अपने 4 पुत्र शहीद कर दिए, अपना पिता शहीद कर दिया देश के ऊपर, इस सनातन धर्म को बचाने के लिए सारा परिवार दे दिया, ये उन्होंने दिया हमें। तो वो उठ करके विधानसभा में दाढ़ी की मजाक उड़ाता है। वो शर्म नहीं आती ऐसे आदमी को जो सारा दिन शराब पीता है? माँ की कसम खा के स्टेज के ऊपर, माँ की कसम खा के, अब मैं अपनी माँ की कसम खाता हूँ आज के बाद शराब नहीं पीऊँगा। उसके बाद आपको पता है जर्मन में क्या हुआ जब ये हवाई जहाज से आ रहा था? सारे पंजाब की बेइज्जती हुई उसमें, और आज भी शराब पीता है वो, और दूसरों को क्या समझाएगा वो? तो ऐसी बातें हैं ये। इसके पीछे देखो, हम क्लियर कहते हैं कि आरएस काम कर रही है।